ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਧਰਮਕੋਟ ਨਾਮ ਦੇ ਇੱਕ ਪਿੰਡ ਵਿੱਚ ਰਤਨੀ ਨਾਮ ਦੀ ਇੱਕ ਬੁੜੀ ਰਹਿੰਦੀ ਸੀ। ਰਤਨੀ ਦੇ ਪਤੀ ਦੀ ਬਹੁਤ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਉਸਦਾ ਇੱਕੋ ਇੱਕ ਸਹਾਰਾ ਉਸਦਾ ਇਕਲੌਤਾ ਬੇਟਾ ਸਨੀ ਸੀ। ਰਤਨੀ ਆਪਣੇ ਬੇਟੇ ਨੂੰ ਬਹੁਤ ਪਿਆਰ ਕਰਦੀ ਸੀ। ਇੱਕ ਦਿਨ ਸਨੀ ਨੂੰ ਇੱਕ ਸੱਪ ਨੇ ਡਸ ਲਿਆ ਤੇ ਸਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਰਤਨੀ ਨੂੰ ਖਬਰ ਦਿੱਤੀ ਗਈ ਤੇ ਉਹ ਆਪਣੇ ਪੁੱਤਰ ਦੀ ਮੌਤ ਦੇ ਕਾਰਨ ਬਹੁਤ ਜ਼ਿਆਦਾ ਵਿਆਕੁਲ ਹੋ ਗਈ ਤੇ ਰੋਣ ਕੁਰਲਾਉਣ ਲੱਗੀ ਤੇ ਆਪਣੇ ਆਪ ਤੇ ਆਪਣੀ ਕਿਸਮਤ ਨੂੰ ਕੋਸਣ ਲੱਗੀ ਤੇ ਉਸਦੇ ਪੁੱਤਰ ਨੂੰ ਡਸਣ ਵਾਲੇ ਸੱਪ ਉੱਤੇ ਉਸਨੂੰ ਬਹੁਤ ਕ੍ਰੋਧ ਆਇਆ ਤੇ ਉਸਨੇ ਉਸ ਸੱਪ ਨੂੰ ਉਸਦੇ ਕੀਤੇ ਦੀ ਸਜ਼ਾ ਦਿਵਾਉਣ ਵਾਸਤੇ ਇੱਕ ਸਪੇਰੇ ਨੂੰ ਬੁਲਾਇਆ। ਸਪੇਰੇ ਨੇ ਸੱਪ ਨੂੰ ਫੜ ਲਿਆ ਤੇ ਰਤਨੀ ਦੇ ਕੋਲ ਲੈ ਆਇਆ ਤੇ ਕਹਿਣ ਲੱਗਾ ਕਿ ਇਹ ਲਓ, ਇਹ ਉਹੀ ਸੱਪ ਹੈ ਜਿਸ ਨੇ ਤੁਹਾਡੇ ਬੇਟੇ ਨੂੰ ਡਸਿਆ ਹੈ। ਇਹ ਲਓ, ਫੜੋ ਤੇ ਇਸ ਨੂੰ ਮਾਰ ਦਿਓ। ਰਤਨੀ ਨੂੰ ਉਸ ਸੱਪ ਉੱਤੇ ਬਹੁਤ ਗੁੱਸਾ ਸੀ ਤੇ ਉਹ ਉਸ ਨੂੰ ਮਾਰਨਾ ਵੀ ਚਾਹੁੰਦੀ ਸੀ, ਪਰ ਫਿਰ ਉਸਨੇ ਸਪੇਰੇ ਨੂੰ ਕਿਹਾ ਕਿ ਇਸ ਨੂੰ ਮਾਰ ਕੇ ਮੈਂ ਕੀ ਕਰਾਂਗੀ? ਇਹਦੇ ਮਰਨ ਨਾਲ ਕਿਹੜਾ ਮੇਰਾ ਬੇਟਾ ਜਿਉਂਦਾ ਹੋ ਜਾਵੇਗਾ? ਉਲਟਾ ਇਸ ਨੂੰ ਮਾਰਨ ਦਾ ਮੈਨੂੰ ਪਾਪ ਲੱਗੇਗਾ ਤੇ ਜੇ ਮੈਂ ਇਸ ਨੂੰ ਮਾਰ ਦਿੰਦੀ ਹਾਂ ਤਾਂ ਇਹਦੇ ਤੇ ਮੇਰੇ ਵਿੱਚ ਕੀ ਫਰਕ ਰਹਿ ਜਾਵੇਗਾ? ਸਪੇਰਾ ਬੋਲਿਆ, ਹੁਣ ਮਾਤਾ, ਫਿਰ ਮੈਂ ਇਸ ਸੱਪ ਦਾ ਕੀ ਕਰਾਂ? ਰਤਨੀ ਨੇ ਸਪੇਰੇ ਨੂੰ ਕਿਹਾ ਕਿ ਇਸ ਨੂੰ ਇੱਥੋਂ ਲੈ ਜਾ, ਜੋ ਤੇਰਾ ਮਨ ਕਰੇ ਉਹ ਕਰ, ਪਰ ਇਸ ਨੂੰ ਇੱਥੇ ਨਾ ਛੱਡੀ, ਕਿਤੇ ਇਹ ਮੇਰੇ ਬੇਟੇ ਦੀ ਤਰ੍ਹਾਂ ਕਿਸੇ ਹੋਰ ਨੂੰ ਨਾ ਡਸ ਲਵੇ। ਤੇ ਸਪੇਰਾ ਉਸ ਸੱਪ ਨੂੰ ਦੂਰ ਜੰਗਲ ਵਿੱਚ ਲੈ ਗਿਆ ਤੇ ਜਿਵੇਂ ਹੀ ਉਸਨੇ ਸੱਪ ਨੂੰ ਮਾਰਨ ਦੇ ਲਈ ਇੱਕ ਪੱਥਰ ਨੂੰ ਉਠਾਇਆ ਤਾਂ ਸੱਪ ਬੋਲਿਆ ਕਿ ਭਰਾਵਾ, ਤੂੰ ਮੈਨੂੰ ਕਿਉਂ ਮਾਰਦਾ ਹੈ? ਮੇਰਾ ਇਹਦੇ ਵਿੱਚ ਕੀ ਕਸੂਰ? ਮੈਨੂੰ ਤਾਂ ਜੋ ਕਾਲ ਨੇ ਕਿਹਾ ਸੀ ਮੈਂ ਤਾਂ ਉਹੀ ਕੀਤਾ, ਨਹੀਂ ਤਾਂ ਮੇਰੀ ਉਸ ਬੁੱਢੀ ਦੇ ਬੇਟੇ ਨਾਲ ਕੋਈ ਦੁਸ਼ਮਣੀ ਥੋੜੀ ਸੀ। ਤੇ ਫਿਰ ਸਪੇਰੇ ਨੇ ਕਾਲ ਨੂੰ ਲੱਭਿਆ ਤੇ ਫਿਰ ਉਸ ਨੂੰ ਪੁੱਛਿਆ ਕਿ ਤੂੰ ਸੱਪ ਨੂੰ ਬੁੱਢੀ ਮਾਤਾ ਦੇ ਬੇਟੇ ਨੂੰ ਦੱਸਣ ਦੇ ਲਈ ਕਿਉਂ ਕਿਹਾ? ਤਾਂ ਕਾਲ ਨੇ ਕਿਹਾ ਕਿ ਬੁੱਢੀ ਮਾਤਾ ਦੇ ਪੁੱਤਰ ਦਾ ਕਰਮ ਫਲ ਇਹੀ ਸੀ, ਇਸ ਲਈ ਮੇਰਾ ਉਸ ਵਿੱਚ ਕੋਈ ਕਸੂਰ ਨਹੀਂ, ਇਹ ਤਾਂ ਉਸਦੇ ਕਰਮਾਂ ਦਾ ਹੀ ਫਲ ਸੀ। ਤਾਂ ਫਿਰ ਸਪੇਰਾ ਕਰਮ ਦੇ ਕੋਲ ਗਿਆ ਤੇ ਉਸ ਨੂੰ ਪੁੱਛਦਾ ਹੈ ਕਿ ਤੂੰ ਇੰਨਾ ਬੁਰਾ ਕਰਮ ਕਿਉਂ ਕੀਤਾ? ਤੂੰ ਇੱਕ ਬੁੱਢੀ ਮਾਤਾ ਦਾ ਬੁਢਾਪੇ ਦਾ ਸਹਾਰਾ ਕਿਉਂ ਹੋਇਆ? ਤਾਂ ਫਿਰ ਕਰਮ ਸਪੇਰੇ ਨੂੰ ਕਹਿੰਦਾ ਹੈ ਕਿ ਤੂੰ ਮੇਰੇ ਤੋਂ ਇਹਦੇ ਬਾਰੇ ਕੀ ਪੁੱਛਦਾ ਹੈ? ਇਹ ਤਾਂ ਮਰਨ ਵਾਲੇ ਨੂੰ ਹੀ ਪੁੱਛ। ਆਖਿਰ ਇਹ ਉਸਦੇ ਕਰਮਾਂ ਦਾ ਹੀ ਲੇਖਾ ਜੋਖਾ ਹੈ, ਜੋ ਉਸਨੇ ਜ਼ਿੰਦਗੀ ਦੇ ਵਿੱਚ ਕੀਤਾ ਉਹੀ ਉਸਦੇ ਕਰਮ ਉਸਦੇ ਅੱਗੇ ਆ ਗਏ। ਮੈਂ ਤਾਂ ਬਸ ਇੱਕ ਜੜ ਹਾਂ। ਇਸ ਤੋਂ ਬਾਅਦ ਸਪੇਰਾ ਰਤਨੀ ਦੇ ਬੇਟੇ ਦੀ ਆਤਮਾ ਦੇ ਕੋਲ ਪਹੁੰਚਿਆ। ਆਤਮਾ ਨੇ ਕਿਹਾ ਕਿ ਸਾਰੇ ਠੀਕ ਕਹਿੰਦੇ ਹਨ, ਇਹਨਾਂ ਵਿੱਚ ਉਹਨਾਂ ਦਾ ਕੋਈ ਦੋਸ਼ ਨਹੀਂ। ਮੈਂ ਹੀ ਉਹ ਕਰਮ ਕੀਤਾ ਸੀ ਜਿਸ ਦੇ ਕਾਰਨ ਮੈਨੂੰ ਸੱਪ ਨੇ ਡੰਗਿਆ। ਇੱਕ ਵਾਰ ਮੈਂ ਆਪਣੇ ਖੇਤ ਵਿੱਚ ਪਾਣੀ ਲਗਾ ਰਿਹਾ ਸੀ। ਉੱਥੋਂ ਇੱਕ ਸੱਪਣੀ ਆਪਣੇ 2 ਬੱਚਿਆਂ ਦੇ ਨਾਲ ਲੰਘ ਰਹੀ ਸੀ। ਮੈਂ ਉਹਨਾਂ ਉੱਤੇ ਇੱਕ ਮੋਟੀ ਸੋਟੀ ਦੇ ਨਾਲ ਵਾਰ ਕੀਤਾ, ਜਿਸ ਦੇ ਨਾਲ ਸੱਪਣੀ ਤੇ ਉਸਦਾ ਇੱਕ ਬੱਚਾ ਥਾਂ ਤੇ ਹੀ ਉੱਥੇ ਮਰ ਗਏ ਤੇ ਦੂਜਾ ਬੱਚਾ ਜੋ ਬਚ ਗਿਆ ਸੀ ਉਸਨੇ ਅੱਜ ਮੈਨੂੰ ਦੱਸ ਕੇ ਆਪਣਾ ਲੇਖਾ ਜੋਖਾ ਮੇਰੇ ਨਾਲ ਪੂਰਾ ਕਰ ਲਿਆ ਹੈ ਤੇ ਉਸੇ ਕਰਮ ਦੇ ਕਾਰਨ ਹੀ ਮੇਰੀ ਮੌਤ ਇਸ ਤਰ੍ਹਾਂ ਹੋਈ ਹੈ। ਮਹਾਭਾਰਤ ਦੇ ਯੁੱਧ ਵਿੱਚ ਅਰਜੁਨ ਨੇ ਭੀਸ਼ਮ ਨੂੰ ਤੀਰਾਂ ਦੇ ਨਾਲ ਛੱਲੀ ਕਰ ਦਿੱਤਾ ਸੀ ਤੇ ਭੀਸ਼ਮ ਪਿਤਾਮਾ ਨੂੰ ਤੀਰਾਂ ਦੀ ਸੇਜ ਉੱਤੇ ਲੇਟਣਾ ਪਿਆ ਸੀ। ਇਸ ਦੇ ਪਿੱਛੇ ਵੀ ਭੀਸ਼ਮ ਪਿਤਾਮਾ ਦੇ ਕਰਮਾਂ ਦਾ ਹੀ ਫਲ ਸੀ। ਤੀਰਾਂ ਦੀ ਸੇਜ ਤੇ ਲੇਟੇ ਹੋਏ ਭੀਸ਼ਮ ਪਿਤਾਮਾ ਨੇ ਜਦੋਂ ਕ੍ਰਿਸ਼ਨ ਨੂੰ ਪੁੱਛਿਆ ਕਿ ਮੈਨੂੰ ਕਿਸ ਅਪਰਾਧ ਦੇ ਕਾਰਨ ਤੀਰਾਂ ਦੀ ਸੇਜ ਉੱਤੇ ਲੇਟਣਾ ਪਿਆ ਹੈ, ਤਾਂ ਕ੍ਰਿਸ਼ਨ ਨੇ ਦੱਸਿਆ ਸੀ ਕਿ ਤੁਸੀਂ ਪਿਛਲੇ ਜਨਮ ਵਿੱਚ ਇੱਕ ਸੱਪ ਨੂੰ ਸੂਲਾਂ ਉੱਤੇ ਸੁੱਟ ਦਿੱਤਾ ਸੀ ਤੇ ਸੂਲਾਂ ਉਸ ਸੱਪ ਦੇ ਆਰ-ਪਾਰ ਹੋ ਗਈਆਂ ਸਨ ਤੇ ਦਰਦ ਦੇ ਨਾਲ ਕਰਾ ਕੇ ਉਸ ਦੀ ਮੌਤ ਹੋ ਗਈ ਸੀ। ਇਸ ਅਪਰਾਧ ਦੇ ਕਾਰਨ ਹੀ ਤੁਹਾਨੂੰ ਤੀਰਾਂ ਦੀ ਸੇਜ ਮਿਲੀ ਹੈ। ਇਸ ਲਈ ਦੋਸਤੋ, ਸਾਨੂੰ ਕਦੇ ਵੀ ਜਾਣੇ ਅਣਜਾਣੇ ਵਿੱਚ ਕਿਸੇ ਵੀ ਜੀਵ ਨੂੰ ਸਤਾਉਣਾ ਨਹੀਂ ਚਾਹੀਦਾ। ਅਸੀਂ ਜੈਸਾ ਕਰਦੇ ਹਾਂ ਉਸ ਦਾ ਫਲ ਸਾਨੂੰ ਕਦੇ ਨਾ ਕਦੇ ਮਿਲਦਾ ਜ਼ਰੂਰ ਹੈ। ਸਾਡੀ ਇੱਕ ਬਹੁਤ ਹੀ ਕਾਮਨ ਜਿਹੀ ਆਦਤ ਹੈ ਕਿ ਦੁੱਖ ਦੀ ਘੜੀ ਵਿੱਚ ਅਸੀਂ ਵਿਆਕੁਲ ਹੋ ਜਾਂਦੇ ਹਾਂ ਤੇ ਪਰਿਸਥਿਤੀਆਂ ਦਾ ਕਸੂਰਵਾਰ ਪ੍ਰਮਾਤਮਾ ਨੂੰ ਮੰਨ ਲੈਂਦੇ ਹਾਂ ਤੇ ਪ੍ਰਮਾਤਮਾ ਨੂੰ ਕੋਸਦੇ ਰਹਿੰਦੇ ਹਾਂ ਕਿ ਹੇ ਪ੍ਰਮਾਤਮਾ, ਅਸੀਂ ਤੇਰਾ ਕੀ ਵਿਗਾੜਿਆ ਸੀ ਜੋ ਸਾਨੂੰ ਤੂੰ ਇਹ ਦਿਨ ਦਿਖਾ ਰਿਹਾ ਹੈ। ਭਗਵਤ ਗੀਤਾ ਵਿੱਚ ਵੀ ਕ੍ਰਿਸ਼ਨ ਜੀ ਨੇ ਕਿਹਾ ਹੈ ਕਿ ਹਰ ਇਨਸਾਨ ਆਪਣੇ ਕਰਮਾਂ ਦੇ ਅਨੁਸਾਰ ਅਲੱਗ-ਅਲੱਗ ਜੂਨੀਆਂ ਵਿੱਚ ਪੈਂਦਾ ਹੈ ਤੇ ਆਪਣੇ ਕਰਮਾਂ ਦਾ ਫਲ ਪ੍ਰਾਪਤ ਕਰਦਾ ਹੈ ਤੇ ਇਹ ਸਿਲਸਿਲਾ ਉਦੋਂ ਤੱਕ ਚੱਲਦਾ ਰਹਿੰਦਾ ਹੈ ਜਦੋਂ ਤੱਕ ਜੀਵ ਆਤਮਾ 84 ਲੱਖ ਜੂਨਾਂ ਵਿੱਚੋਂ ਲੰਘਦੀ ਹੋਈ ਇਨਸਾਨੀ ਚੋਲਾ ਧਾਰ ਕੇ ਪ੍ਰਮਾਤਮਾ ਦੀ ਭਗਤੀ ਕਰਕੇ ਪ੍ਰਮਾਤਮਾ ਦੇ ਨਾਲ ਮਿਲ ਨਹੀਂ ਜਾਂਦੀ। ਇਸ ਲਈ ਦੋਸਤੋ, ਜੋ ਕੁਝ ਵੀ ਇਸ ਸੰਸਾਰ ਦੇ ਵਿੱਚ ਹੁੰਦਾ ਹੈ ਜਾਂ ਕਿਸੇ ਜੀਵ ਦੇ ਨਾਲ ਘਟਿਤ ਹੁੰਦਾ ਹੈ, ਉਸ ਦਾ ਜ਼ਿੰਮੇਵਾਰ ਜੀਵ ਖੁਦ ਨਹੀਂ ਹੁੰਦਾ। ਸੰਸਾਰ ਵਿੱਚ ਕੁਝ ਵੀ ਆਪਣੇ ਆਪ ਨਹੀਂ ਹੁੰਦਾ, ਬਲਕਿ ਸਾਨੂੰ ਜੋ ਕੁਝ ਵੀ ਮਿਲਦਾ ਹੈ ਉਹ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਹੀ ਹੁੰਦਾ ਹੈ, ਕਿਉਂਕਿ ਈਸ਼ਵਰ ਕਮਲ ਦੇ ਫੁੱਲ ਦੀ ਤਰ੍ਹਾਂ ਹਨ ਜੋ ਸੰਸਾਰ ਵਿੱਚ ਹੁੰਦੇ ਹੋਏ ਵੀ ਸੰਸਾਰ ਵਿੱਚ ਲਿਪਤ ਨਹੀਂ ਹਨ। ਈਸ਼ਵਰ ਨਾ ਤਾਂ ਕਿਸੇ ਨੂੰ ਆਪਣੀ ਮਰਜ਼ੀ ਦੇ ਨਾਲ ਦੁੱਖ ਦਿੰਦੇ ਹਨ ਤੇ ਨਾ ਹੀ ਸੁੱਖ ਪ੍ਰਦਾਨ ਕਰਦੇ ਹਨ। ਇਸ ਦੇ ਲਈ ਸਾਡੇ ਕਰਮ ਹੀ ਜ਼ਿੰਮੇਵਾਰ ਹੁੰਦੇ ਹਨ। ਇਹ ਸਭ ਕੁਝ ਸੁੱਖ ਦੁੱਖ ਸਾਡੇ ਕਰਮਾਂ ਤੇ ਹੀ ਨਿਰਭਰ ਕਰਦਾ ਹੈ। ਇਸ ਲਈ ਦੋਸਤੋ, ਚੰਗੇ ਕਰਮ ਕਰੋ, ਪਰਮਾਤਮਾ ਦਾ ਨਾਮ ਜਪੋ, ਉਹਦੇ ਰਾਹ ਤੇ ਚੱਲੋ ਤੇ ਆਪਣੀ ਜ਼ਿੰਦਗੀ ਨੂੰ ਖੁਸ਼ਨੁਮਾ ਬਣਾਓ ਤੇ ਆਪਣੀ ਜ਼ਿੰਦਗੀ ਦੇ ਸਫ਼ਰ ਤੋਂ ਬਾਅਦ ਆਪਣੇ ਅੱਗੇ ਦੇ ਸਫ਼ਰ ਨੂੰ ਵੀ ਵਧੀਆ ਬਣਾਓ ਤੇ ਸਵਰਗਾਂ ਦੇ ਧਾਰਨੀ ਬਣੋ। ਇੱਥੇ ਇਹ ਕਹਾਣੀ ਖਤਮ ਹੁੰਦੀ ਹੈ। सो दोस्तों, इसी जन्म में ये 2 काम करो,
एक नाम जपो दूजा प्रेम करो, किसी जीव का दिल ना दुखाना कभी, मौत याद रखो मालिक से डरो। ਸੋ ਦੋਸਤੋ, ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।